अस्सलाम वालेकुम। ते चढ़दे पंजाब दे मित्रां नूं जी सत श्री अकाल ते सब नूं जी पंजाबी बेस्ट फॉर एवर वल्लों खुशामदीद कहना जी आयां नूं सत बिस्मिल्ला। सियाणे कहंदे आ भी माया नूं माया लवे लम्मे हत्थी। तुसीं देखिया होना भी बहुत सारे लोग जिहड़े कारोबारी आ उन्हां कोल जिन्ना पैसा हुंदा ते हौली हौली उहदे कोल पैसा उन्हां कोल वधदा ही चला जांदा। भी फैक्ट्रियां वाले जिहड़े आ वो पहला एक फैक्ट्री उन्हां कोल हुंदी आ, फिर उस तो बाद दो हो जांदियां, फिर तीन हो जांदियां। उन्हां दा भी काम वधदा ही चला जांदा आ भी पैसे नूं पैसा खिੱਚਦਾ। मतलब ये आ भी जिहदे कोल ज़्यादा पैसा ना पैसा जिवें ਉਹਦੇ ਅੱਲੇ ਨੂੰ ਹੀ ਭੱਜਦਾ ਉਹਦੇ ਅੱਲੇ ਨੂੰ ਹੀ ਦੌੜ ਲਾਈ ਰੱਖਦਾ। ਤੇ ਸਾਡੇ ਇੱਥੇ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਵੀਰ ਆ ਉਹਨਾਂ ਦਾ ਇਸ ਵਾਰੀ ਹਾਲ ਇਹ ਹੈਗਾ ਆ ਵੀ ਉਹ ਇੱਕ ਕਦਮ ਕੀ 10 ਕਦਮ ਨਾ ਪਿਛਾਂ ਨੂੰ ਹੀ ਗਏ ਆ। ਵੀ ਕਣਕ ਵੱਲੋਂ ਵੀ ਪਹਿਲਾਂ ਵੀ ਤੁਸੀਂ ਬਹੁਤ ਸਾਰੀ ਵੀਡੀਓ ਦੇਖੀਆਂ ਹੋਣੀਆਂ ਇਸ ਬਾਰੇ ਦੇ ਵਿੱਚ ਵੀ ਕਣਕ ਲਾ ਲਓ, ਮੂੰਜੀ ਲਾ ਲਓ, ਸਰੋਂ ਲਾ ਲਓ, ਕੋਈ ਵੀ ਫਸਲ ਸੀ ਨਾ ਜਿਹੜੀ ਉਹ ਪਿਛਾਂ ਨੂੰ ਹੀ ਲੈ ਕੇ ਗਈ ਆ ਜ਼ਿਮੀਦਾਰ ਨੂੰ। ਸਾਡੇ ਖਾਸ ਤੌਰ ਦੇ ਉੱਤੇ ਆ ਲਹਿੰਦੇ ਪੰਜਾਬ ਦਾ ਜਿਹੜਾ ਜ਼ਿਮੀਦਾਰ ਆ ਉਹਨੂੰ ਆ ਜਾ ਕੇ ਨਾ ਮੱਕੀ ਦੇ ਵਿੱਚ ਥੋੜਾ ਜਿਹਾ ਸਾਹ ਜ਼ਿਮੀਦਾਰ ਭਰਾਵਾਂ ਨੂੰ ਆਇਆ ਵੀ ਰੇਟ ਜਿਹੜਾ ਆ ਉਹ ਕੋਈ ਠੀਕ ਹੋਇਆ। ਪਰ ਉਹ ਕੀ ਆ ਵੀ ਪਿੱਛੇ ਇਹ ਸਸਤੀ ਇੰਨੀ ਵਿਕੀ ਸੀਗੀ ਵੀ ਇਸ ਵਾਰੀ ਜ਼ਿਮੀਦਾਰਾਂ ਨੇ ਉਹ ਲਾਈ ਬੜੀ ਘੱਟ ਆ। ਹੁਣ ਮੱਕੀ ਹੈ ਨਹੀਂ, ਉਹਦਾ ਰੇਟ ਜ਼ਰੂਰ ਹੈ। ਇਹ ਗੱਲ ਹੈਗੀ ਆ ਵੀ 3000 ਰੁਪਏ 3000 ਰੁਪਈਏ 'ਚ ਵੀ ਇਹ ਨਹੀਂ ਹੈ ਵੀ ਜ਼ਿਮੀਦਾਰ ਦਾ ਬੜਾ ਜਿਹੜਾ ਜਿਹਦੇ 'ਚ ਕੰਮ ਚੱਲ ਗਿਆ ਜੀ ਤੇ ਬੜਾ ਇਹਦੇ 'ਚ ਵੀ ਜਾ ਕੇ ਇੰਨਾ ਕਾ ਵੀ ਉਹਨੂੰ ਸਾਈ ਲੱਭ ਜਾਂਦੀ ਆ ਵੀ ਖਰਚਾ ਪਾਣੀ ਵੀ ਮੁੜ ਆਂਦਾ। ਕੋਈ ਚਾਰ ਆਨੇ ਜਿਹੜੇ ਆ ਉਹਦੇ ਹੱਥੀ ਪੱਲੇ ਵੀ ਪੈ ਜਾਂਦੇ ਆ। ਸ਼ਾਹੂਕਾਰ ਹੋਣੇ ਵਾਲੀ ਗੱਲ ਇਹਦੇ ਵਿੱਚ ਵੀ ਕੋਈ ਨਹੀਂ ਹੈ। ਤੇ ਹੁਣ ਆਹ ਵੇਲਾ ਜਿਹੜਾ ਜਾ ਰਿਹਾ ਨਾ ਇਹ ਹੈਗਾ ਆ ਗੰਨੇ ਦਾ ਵੇਲਾ, ਕਮਾਦ ਦਾ ਵੇਲਾ। ਸਾਡੇ ਇੱਥੇ ਪੰਜਾਬ ਦੇ ਵਿੱਚ ਜ਼ਿਮੀਦਾਰ ਜਿਹੜਾ ਉਹ ਇਸ ਵਾਰੀ ਆ ਗੰਨੇ ਵਾਲਾ ਜ਼ਿਮੀਦਾਰ ਵੀ ਜਿਹੜਾ ਨਾ ਉਹ ਪਿਸਿਆ ਪਿਆ ਕਿਉਂਕਿ ਖਰਚੇ ਬਹੁਤ ਜ਼ਿਆਦਾ। ਕਮਾਈ ਆਮਦਨ ਇੱਕ ਤਾਂ ਹੁੰਦੀ ਆਮਦਨ ਵੀ ਥੋੜੀ ਆ ਗਈ, 10 ਰੁਪਏ ਬਚ ਗਏ, 20 ਰੁਪਏ ਬਚ ਗਏ। ਇੱਕ ਇਹ ਹੁੰਦਾ ਵੀ ਚਵਾਨੀ ਵੀ ਨਹੀਂ ਬਚੀ ਬਲਕਿ ਪੱਲਿਓਂ ਪੈ ਗਏ। ਇਹ ਗੱਲ ਸੁਣਨ ਨੂੰ ਝੂਠ ਲੱਗਦੀ ਆ। ਬਹੁਤ ਸਾਰੇ ਲੋਕ ਜਿਹੜੇ ਆ ਉਹ ਜਿਨ੍ਹਾਂ ਨੂੰ ਜ਼ਿਮੀਦਾਰੇ ਦੇ ਨਾਲ ਜਿਹੜੇ ਜੁੜੇ ਨਹੀਂ ਹੋਏ ਆ, ਜਿਨ੍ਹਾਂ ਨੂੰ ਜ਼ਿਮੀਦਾਰੇ ਦਾ ਪਤਾ ਨਹੀਂ ਨਾ ਹੈਗਾ, ਉਹ ਇਹ ਗੱਲ ਜ਼ਰੂਰ ਕਰਦੇ ਆ ਵੀ ਫਿਰ ਜ਼ਿਮੀਦਾਰਾ ਛੱਡ ਕਿਉਂ ਨਹੀਂ ਦਿੰਦੇ, ਜ਼ਿਮੀਦਾਰਾ ਛੱਡ ਦੋ ਜਿਹਦੇ 'ਚ ਘਾਟਾ ਪੈਂਦਾ। ਲੇਕਿਨ ਹਕੀਕਤ ਇਹੀ ਆ, ਇਹ ਮੈਂ ਗੱਲ ਕੋਈ ਝੂਠ ਨਹੀਂ ਬੋਲਦਾ ਵੀ ਮੈਂ ਗੰਨੇ ਦਾ ਜ਼ਿਮੀਦਾਰ ਨਹੀਂ ਹੈਗਾ। ਪਰ ਕਿਸਾਨ ਜ਼ਿਮੀਦਾਰ ਭਰਾ ਕਰਦੇ ਆ ਉਹ ਮੇਰੇ ਨਾਲ ਜੁੜੇ ਹੋਏ ਤਾਂ ਹੈ ਆ ਨਾ। ਉਹਨਾਂ ਦੀ ਤਕਲੀਫ ਵੀ ਮੇਰੀ ਤਕਲੀਫ ਆ, ਬਲਕਿ ਮੇਰੀ ਕੀ ਸਾਰਿਆਂ ਦੀ ਤਕਲੀਫ ਹੈ। ਇਹਦੇ ਉੱਤੇ ਆਵਾਜ਼ ਚੁੱਕਣੀ ਵੀ ਚਾਹੀਦੀ ਹੈ, ਇਹਦੇ ਉੱਤੇ ਗੱਲ ਵੀ ਕਰਨੀ ਚਾਹੀਦੀ ਆ। ਅਸਲ 'ਚ ਅਸੀਂ ਪਤਾ ਨਹੀਂ ਸੁੱਤੇ ਪਏ ਆ ਜਾਂ ਸਾਨੂੰ ਘਾਟਾ ਸਹਿਣ ਦੀ ਆਦਤ ਹੋ ਗਈ ਆ। ਅਸੀਂ ਐਡਜਸਟਮੈਂਟ ਦੇ ਚੱਕਰਾਂ ਦੇ ਵਿੱਚ ਪੈ ਗਏ ਆ ਵੀ ਪੈਟਰੋਲ ਵੱਧ ਗਿਆ, ਕੋਈ ਗੱਲ ਨਹੀਂ ਯਾਰ ਐਡਜਸਟ ਕਰ ਲਓ। ਘੀ ਵੱਧ ਗਿਆ, ਐਡਜਸਟ ਕਰ ਲਓ। ਦਾਲਾਂ ਵੱਧ ਗਈਆਂ, ਕੋਈ ਵੀ ਸ਼ੈ ਜਿਹੜੀ ਆ ਉਹ ਵੱਧ ਗਈ ਜੀ, ਐਡਜਸਟ ਕਰ ਲਓ। ਡੀਜ਼ਲ ਵੱਧ ਗਿਆ, ਖਾਦ ਵੱਧ ਗਈ ਵੀ ਚਲੋ ਐਡਜਸਟ ਕਰ ਲਓ। ਅੱਜ ਨਹੀਂ ਕੱਲ ਨਹੀਂ ਪਰਸੋਂ ਕੁਛ ਨਾ ਕੁਛ ਇਹਦੇ ਵਿੱਚ ਬਿਹਤਰੀ ਆਈ ਜਾਊਗੀ। ਪਰ ਨਾ, ਹੁਣ ਜਿਹੜੇ ਤੁਸੀਂ ਇਹ ਦੇਖੋ ਵੀ ਸਾਡੇ ਇੱਥੇ ਇਹ ਲਹਿੰਦੇ ਪੰਜਾਬ ਦੇ ਵਿੱਚ ਨਾ ਵੀ ਗੰਨੇ ਦਾ ਜਿਹੜਾ ਜ਼ਿਮੀਦਾਰ ਆ ਉਹਦੀ ਜ਼ਿਆਦਾ ਤੋਂ ਜ਼ਿਆਦਾ ਔਸਤ ਆ ਨਾ ਜਿਹੜੀ ਉਹ 700 ਮਣ ਤੋਂ ਲੈ ਕੇ ਨਾ 1000 ਮਣ ਤੱਕ ਆ। ਸੁਣਿਆ ਵੀ ਚੜ੍ਹਦੇ ਪੰਜਾਬ ਦੇ ਵਿੱਚ ਜ਼ਿਆਦਾ ਆ, ਪਰ ਮੈਨੂੰ ਕਨਫਰਮ ਨਹੀਂ। ਕਹਿੰਦੇ ਆ ਕਿ ਉੱਥੇ 2-2000 ਮਣ ਵੀ ਜਿਹੜਾ ਆ ਜ਼ਿਮੀਦਾਰ ਉਹ ਗੰਨਾ ਲੈਂਦਾ ਆ, ਕਮਾਦ ਲੈਂਦਾ ਆ। ਪਰ ਸਾਡੇ ਇੱਥੇ ਇਹ ਇੰਨੀ ਪੈਦਾਵਾਰ ਨਹੀਂ ਹੈਗੀ ਵੀ ਔਸਤ ਘੱਟ ਆ। ਜ਼ਿਆਦਾ ਤੋਂ ਜ਼ਿਆਦਾ ਕਿਸੇ ਨੇ 800 ਮਣ ਲੈ ਲਈ, 900 ਮਣ। ਔਰ ਚੰਗਾ ਜਿਹੜਾ ਇਹ ਮੈਂ ਫਰਵਰੀ ਕਾਸ਼ ਦੀ ਗੱਲ ਕਰਦਾ ਤੇ ਇਹ ਵਾਹੀ ਬੜੀ ਲੰਬੀ ਆ, ਘੱਟ ਤੋਂ ਘੱਟ ਸਾਲ ਦੀ ਤਾਂ ਹੈ ਹੀ ਆ ਨਾ। ਤੇ ਕਹਿੰਦੇ ਆ ਵੀ ਵੈਸੇ ਤਾਂ ਜੇ ਸਤੰਬਰ ਦੇ ਵਿੱਚ ਲਾਈਏ ਤੇ ਫਰਵਰੀ ਜਾ ਕੇ ਦਈਏ ਇਹ 1.5 ਸਾਲ ਤੋਂ ਵੀ ਉੱਤੇ ਦੀ ਵਾਹੀ ਬਣ ਜਾਂਦੀ ਆ। ਪਰ ਉਹਦੇ ਵਿੱਚ ਇਹ ਆ ਵੀ ਚਲੋ ਐਵਰੇਜ ਜਿਹੜੀ ਆ ਉਸ ਤਾਂ ਗੰਨੇ ਦੀ ਪੈਦਾਵਾਰ ਆ ਉਹ ਥੋੜੀ ਜਿਹੀ ਵੱਧ ਲਾ ਲਓ ਤੁਸੀਂ। ਕਿਸੇ ਦੀ 1200 ਮਣ ਹੋ ਗਈ ਜਾਂ 1300 ਮਣ ਹੋ ਗਈ। ਤੇ ਸਾਡੇ ਇੱਥੇ ਰੇਟ ਇਹ ਲੱਕੜਾਂ ਜਿਹੜੀਆਂ ਅਸੀਂ ਘਰ ਬਾਲਣ ਆ ਨਾ ਜਿਹੜਾ ਉਹਦੇ ਨਾਲੋਂ ਵੀ ਸਸਤਾ। ਬਾਲਣ ਵੀ ਜਿਹੜਾ ਨਾ ਉਹ 1200-1300 ਰੁਪਈਏ ਮਣ, 1500 ਰੁਪਈਏ ਮਣ ਆ ਹੁਣ ਠੰਡ ਦੇ ਵਿੱਚ ਲੱਭਦਾ। ਪਰ ਸਾਡੇ ਜ਼ਿਮੀਦਾਰ ਦਾ ਜਿਹੜਾ ਗੰਨਾ ਨਾ ਉਹ 350 ਰੁਪਈਏ ਮਣ। ਇਹ ਸਾਨੂੰ ਜਦੋਂ ਅਸੀਂ ਲੈਣਾ ਹੋਵੇ ਨਾ, ਜਦੋਂ ਬੀਜ ਪਾਣਾ ਹੋਵੇ, ਇਹ ਆਗਾਂ ਸਮੇਤ ਸਾਨੂੰ ਇੰਨੇ ਦਾ ਲੱਭਦਾ। ਤੇ ਜਦੋਂ ਅਸੀਂ ਪਹੁੰਚਾਉਣਾ ਹੋਵੇ, ਜ਼ਿਮੀਦਾਰ ਜਦੋਂ ਇਹਨੂੰ ਮਿੱਲਾਂ ਦੇ ਵਿੱਚ ਪਹੁੰਚਾਉਂਦਾ ਨਾ ਤੇ ਉਹ ਖੂਰੀ ਵੀ ਛਿੱਲ ਕੇ ਉੱਤੋਂ ਵੱਢ ਕੇ ਇੰਨੀ ਕੁ ਜਿਹੜੀ ਟੋਟੀ ਜੀ ਹੈ ਨਾ ਉਹ ਵੀ ਨਹੀਂ ਅੱਗੇ ਜਾਣ ਦਿੰਦੇ ਹੈਗੇ। ਆਗ ਦੀ ਜਿਹਨੂੰ ਅਸੀਂ ਆਗ ਕਹਿੰਦੇ ਆ ਉਹ ਵੀ ਇੰਨੀ 2 ਇੰਚ ਵੀ ਚਲੀ ਜਾਵੇ ਨਾ ਤੇ ਉਹਨੂੰ ਕਾਟ ਲਾ ਦਿੰਦੇ ਆ ਤੇ ਮਣਾ ਗੰਨਾ ਜਿਹੜਾ ਨਾ ਉਹ ਮਿੱਲਾਂ ਜਿਹੜੀਆਂ ਖਾ ਜਾਂਦੀਆਂ। ਹੁਣ ਜੇ ਕਮਾਦ ਦੇ ਖਰਚੇ ਦੀ ਗੱਲ ਕਰੀਏ ਵੀ ਕਮਾਦ ਦਾ ਖਰਚਾ ਜੇ ਸ਼ੁਰੂ ਤੋਂ ਗਿਣੀਏ ਤੁਸੀਂ ਵੀ ਇਹਨੂੰ 35-40 ਹਜ਼ਾਰ ਰੁਪਈਏ ਦਾ ਬੀ ਪੈ ਜਾਂਦਾ। ਅਸੀਂ ਇਹ ਇਸੇ ਰੇਟ ਲੈ ਕੇ ਆਣਾ ਆ
ਵੀ ਤੇ ਖੋਰੀ ਸਮੇਤ ਤੇ ਪਾਂਦਾ ਸਮੇਤ ਲੈ ਕੇ ਆਣਾ ਤੇ 35-40 ਹਜ਼ਾਰ ਦਾ 30 ਹਜ਼ਾਰ ਦਾ ਲਾ ਲਓ, ਸਸਤਾ ਕਹਿ ਲਓ, ਚਲੋ ਇੰਜ ਕਹਿ ਲੈਂਦੇ ਆ 30,000 ਰੁਪਏ ਦਾ ਬੀਜ ਲਾ ਲਓ ਵੀ ਉਹ ਪੈ ਗਿਆ 1 ਕਿੱਲੇ ਦੇ ਵਿੱਚ। ਵਹਾਈ ਜਿਹੜੀ ਆ ਉਹ ਵੀ ਹੁਣ ਹਰ ਜ਼ਿਮੀਂਦਾਰ ਨੂੰ ਪਤਾ ਵੀ ਉਹੀ ਵਹਾਈਆਂ ਹੁੰਦੀਆਂ ਜਿਹੜੀ ਦੂਜੀ ਫਸਲਾਂ ਨੂੰ ਆਉਂਦੀਆਂ 20 ਤੋਂ 25,000 ਰੁਪਈਆ ਉਹਦਾ ਖਰਚਾ ਹੈਗਾ। ਫਿਰ ਸਾਰਾ ਸਾਲ ਦੇ ਪਾਣੀ, ਸਾਡੇ ਇੱਥੇ ਕਿਹੜਾ ਬਿਜਲੀ ਫ੍ਰੀ ਆ? ਚੜ੍ਹਦੇ ਪੰਜਾਬ ਦੇ ਵਿੱਚ ਤਾਂ ਬਿਜਲੀ ਫ੍ਰੀ ਆ, ਸਾਡੇ ਇੱਥੇ ਬਿਜਲੀ ਜਿਹੜੀ ਆ ਉਹ ਸਾਰੇ ਹਰ ਖਰਚੇ ਨਾਲੋਂ ਮਹਿੰਗੀ ਆ। ਤੇ ਕਮਾਦ ਦੇ ਪਾਣੀ ਤੁਸੀਂ ਸਾਰੇ ਜ਼ਿਮੀਂਦਾਰ ਆ ਜਿਹੜੇ ਵੀ ਮੇਰੀ ਵੀਡੀਓ ਦੇਖੋਗੇ ਵੀ ਕਮਾਦ ਨੂੰ ਤੁਸੀਂ ਇਹ ਦੱਸੋ ਵੀ ਪਾਣੀ ਕਿੰਨੇ ਲੱਗਦੇ? ਪੂਰਾ ਸਾਲ ਇਹਨੂੰ ਪਾਣੀ ਲਾਣਾ, ਗਰਮੀਆਂ ਦੇ ਵਿੱਚ ਲਾਣਾ। ਫਿਰ ਜਨਾਬ ਰੇਟ ਜਿਹੜਾ ਸਾਡੇ ਇੱਥੇ 1000-1200 ਰੁਪਈਆ ਘੰਟਾ, ਉਹ ਘਰ ਪੈਂਦਾ, ਘਰ ਮੁੱਲ ਦਾ ਪਾਣੀ ਨਹੀਂ। 1000-1200 ਰੁਪਈਏ ਦਾ 1 ਘੰਟਾ ਇਹ ਮੁੱਲ ਪਾਣੀ ਸਾਨੂੰ ਪੈਂਦਾ। ਫਿਰ ਉਹਨੂੰ ਤੁਸੀਂ ਉਹ ਪਾਣੀ ਤੁਸੀਂ ਆਪ ਲਾ ਲਓ ਵੀ ਉਹ ਕਿੰਨੇ ਲੱਗਣਗੇ 12 ਮਹੀਨਿਆਂ ਦੇ ਵਿੱਚ, ਕਿੰਨੇ ਪਾਣੀ ਜ਼ਿਮੀਂਦਾਰ ਜਿਹੜਾ ਉਹ ਲਾਊਗਾ। ਮਜ਼ਦੂਰੀ ਜਿਹੜੀ ਆ ਇਹਨੂੰ ਗੱਡਣ ਦੀ ਉਹ ਲਾ ਲਓ 15 ਤੋਂ 20,000 ਰੁਪਈਆ ਇਹਨੂੰ 1 ਕਿੱਲੇ ਦੀ ਜਿਹੜੀ ਆ ਗਾਡੀ ਜਿਹੜੀ ਮਜ਼ਦੂਰ ਲੈਂਦੇ ਆ ਉਹ ਹੈਗੀ ਆ। ਫਿਰ ਉਸ ਤੋਂ ਬਾਅਦ ਖਾਦਾਂ ਲਾ ਲਓ, ਜ਼ਿਆਦਾ ਨਾ ਲਾਓ, ਥੋੜੀਆਂ ਲਾ ਲਓ। ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹਨੂੰ ਤੁਸੀਂ 4 DAP ਪਾਓ, ਬੰਦੇ ਪਾਉਂਦੇ ਵੀ ਆ ਬਈ। ਤੇ ਤੁਸੀਂ ਇਹਨੂੰ ਚਲੋ ਜੀ 1 ਬੋਰੀ DAP ਦੀ ਲਾ ਲਓ, 1 ਪੋਟਾਸ਼ ਦੀ ਲਾ ਲਓ, ਫਿਰ ਯੂਰੀਆ ਲਾ ਲਓ। ਇਹਨੂੰ ਸਾਲ ਦੇ ਵਿੱਚ ਬੰਦਾ 4-5 ਯੂਰੀਆ ਤਾਂ ਔਖਾ ਸੌਖਾ ਹੋ ਕੇ ਯਾਰ ਸਿੱਟ ਹੀ ਜਾਂਦਾ। ਫਿਰ ਇਹਨੂੰ ਚੂਹਾ ਵੀ ਪੈਂਦਾ, ਇਹਨੂੰ ਜਨਾਬ ਜੀ ਆ ਦਵਾਈਆਂ ਜਿਹੜੀਆਂ ਇਹ ਵੀ ਪਾਣੀਆਂ ਪੈਂਦੀਆਂ, ਵੀ ਕੋਈ ਚੂਹੇ ਮਾਰਨ ਵਾਲੀ। ਤੇ ਇਹ ਕੋਰੇ ਦੇ ਵਿੱਚ ਵੀ ਇਹਦੀ ਫਾਸਟ ਕਰਨੀ ਪੈਂਦੀ ਆ, ਵੀ ਕੋਰੇ ਵਾਲੀ ਵੀ ਸਪਰੇਅ 1-2 ਮਾਰਨੀ ਪੈਂਦੀ ਆ। ਮਿੱਟੀ ਚੜਾਣੀ ਬੜਾ ਜੰਜਾਲ ਆ। ਫਿਰ ਜਾ ਕੇ ਕਿਧਰੇ ਕਮਾਦ ਜਿਹੜਾ ਨਾ ਜੀ 1 ਸਾਲ ਦੇ ਵਿੱਚ, ਫਿਰ ਕਈ ਵੀਰ ਹਨੇਰੀ ਆ ਗਈ, ਪਾਣੀ ਲੱਗਿਆ ਹੋਇਆ ਡਿੱਗ ਵੀ ਜਾਂਦਾ, ਉਹਦੇ ਨਾਲ ਵੀ ਜਿਹੜੀ ਪੈਦਾਵਾਰ ਹੈ ਇਹਦੀ ਘਟਦੀ ਹੈਗੀ ਆ। ਉਸ ਤੋਂ ਬਾਅਦ 40 ਤੋਂ 50 ਰੁਪਈਆ ਜਦੋਂ ਇਹ ਅਸੀਂ ਛਿੱਲਣਾ ਆ, ਉਹ ਇਹਦਾ ਖਰਚਾ ਹੈਗਾ 1 ਮਣ ਦਾ। ਵੀ 800 ਮਣ ਹੋਇਆ ਜਾਂ 1000 ਮਣ ਹੋਇਆ, 40,000 32,000 ਉਹ ਚਲਾ ਗਿਆ ਵਿੱਚੋਂ, ਉਹ ਖਰਚਾ ਚਲ ਗਿਆ। ਫਿਰ 15 ਤੋਂ 20 ਰੁਪਈਏ ਘੱਟ ਤੋਂ ਘੱਟ ਜਿਹੜਾ ਮਿੱਲ ਦੇ ਨੇੜੇ ਤੋਂ ਨੇੜੇ ਜਿਹਨੇ ਜ਼ਿਮੀਂਦਾਰ ਨੇ ਗੰਨਾ ਗੱਡਿਆ ਹੋਇਆ ਨਾ ਉਹਨੂੰ ਕਿਰਾਇਆ ਪੈਂਦਾ। ਹੁਣ ਟਰੈਕਟਰਾਂ ਦੇ ਡੀਜ਼ਲ ਵੀ ਮਹਿੰਗੇ ਆ, ਉੱਥੇ ਰਾਤਾਂ ਵੀ ਲੱਗਦੀਆਂ ਮਿੱਲਾਂ ਦੇ ਵਿੱਚ, ਤੁਹਾਨੂੰ ਪਤਾ ਹੀ ਹੈ ਵੀ। ਫੇਰ ਜਾ ਕੇ ਨਾ ਇਹ ਮਿੱਲ ਦੇ ਵਿੱਚ ਪਹੁੰਚਦਾ ਤੇ ਪੈਸਿਆਂ ਦੀ ਉਮੀਦ ਸਾਡੇ ਇੱਥੇ ਫੇਰ ਕੋਈ ਨਹੀਂ ਹੈਗੀ ਵੀ ਉਹ ਸਾਨੂੰ ਪੈਸੇ ਮੁਕੱਦਰਾਂ ਵਾਲੇ ਨੂੰ ਮਿਲ ਜਾਂਦੇ ਆ, 15-20 ਦਿਨਾਂ 'ਚ ਵੀ ਮਿਲ ਜਾਂਦੇ ਆ, ਮਹੀਨੇ ਦੇ ਵਿੱਚ ਵੀ ਮਿਲ ਜਾਂਦੇ ਆ। ਬਾਕੀ ਜਿਹੜਾ ਆ ਬਾਕੀ ਮਰੇ ਹੋਏ ਵੀ ਇੰਜ ਵੀ ਹੁੰਦਾ ਵੀ ਇੰਜ ਸਮਝ ਲਓ ਵੀ ਮਰ ਗਏ, ਵੀ ਸਾਲ ਨਾ ਲੱਭਣ, 1.5 ਸਾਲ ਨਾ ਲੱਭਣ। ਤੇ ਕਈਆਂ ਦੇ ਤਾਂ ਫਿਰ ਉਹ ਕੇਸ ਵਗੈਰਾ ਪਰਚੇ ਕਰਨੇ ਪੈਂਦੇ ਆ, ਉਹ ਹੋਰ ਵੀ ਲੰਬਾ ਕੰਮ ਹੋ ਜਾਂਦਾ। ਵੀ ਜੇ 800 ਮਣ ਹੋ ਵੀ ਗਿਆ 350 ਰੁਪਈਏ ਦੇ ਹਿਸਾਬ ਨਾਲ ਤੁਸੀਂ 8 24 ਤੇ 8 5 40 ਪੌਣੇ 3 ਲੱਖ ਰੁਪਈਏ ਦਾ ਤੁਸੀਂ ਉਹ ਹਿਸਾਬ ਲਾ ਲਓ ਵੀ ਉਹ ਤਕਰੀਬਨ ਉਹ ਗੰਨਾ ਹੋ ਗਿਆ। ਤੇ ਆ ਜਿਹੜੇ ਮੈਂ ਖਰਚੇ ਦੱਸੇ ਆ ਇਹ ਜਿਹੜੇ ਆ ਇਹ 3 ਲੱਖ ਤੋਂ ਵੀ ਉੱਤੇ ਆ, 3.5 ਲੱਖ ਪੌਣੇ 4 ਲੱਖ ਰੁਪਈਆ। ਵੀ 500 ਰੁਪਈਆ ਗੰਨਾ ਜਾਵੇ ਨਾ ਤਾਂ ਜ਼ਿਮੀਂਦਾਰ ਦੇ ਪੱਲੇ ਕੋਈ ਸ਼ੈ ਪੈਂਦੀ ਹੈ। ਪਰ ਮੈਂ ਇਹ ਕਹਿਣਾ ਵੀ ਜਿਵੇਂ ਕਿਸੇ ਨੂੰ ਸੋਚ ਹੀ ਕੋਈ ਨਹੀਂ ਹੈਗੀ ਵੀ ਯਾਰ ਜ਼ਿਮੀਂਦਾਰ ਦਾ ਖਰਚਾ ਕਿੰਨਾ ਆ, ਇੱਧਰ ਨੂੰ ਕਿਸੇ ਦਾ ਜਿਵੇਂ ਧਿਆਨ ਹੀ ਕੋਈ ਨਹੀਂ ਹੈਗਾ। ਸਾਡੇ ਮਹਿਕਮੇ ਹੈਗੇ ਆ, ਪਤਾ ਨਹੀਂ ਮਹਿਕਮੇ ਸੁੱਤੇ ਪਏ ਆ ਕਿ ਅਗਲਿਆਂ ਤੱਕ ਗੱਲ ਪਹੁੰਚਾ ਨਹੀਂ ਸਕਦੇ, ਜਾਂ ਅਗਲੇ ਇਹ ਸਾਡੀ ਇਹ ਗੱਲ ਸੁਣਨਾ ਨਹੀਂ ਚਾਹੁੰਦੇ। ਸਾਡੇ ਵਿੱਚ ਵੀ ਏਕਾ ਕੋਈ ਨਹੀਂ ਹੈਗਾ, ਜ਼ਿਮੀਂਦਾਰਾਂ ਦੀ ਕੋਈ ਯੂਨੀਅਨ ਨਹੀਂ ਹੈਗੀ, ਇਹਨਾਂ ਦਾ ਕੋਈ ਜਨਾਬ ਜੀ ਇਕੱਠ ਨਹੀਂ ਹੈਗਾ ਵੀ ਕਿਸੇ ਇੱਕ ਜਗ੍ਹਾ ਬਹਿ ਕੇ ਇਹ ਕੋਈ ਗੱਲ ਕਰਦੇ ਹੋਣ ਜਾਂ ਨਾ। ਬਸ ਕੱਲੇ ਨੇ ਆਪਣਾ ਰੋਣਾ ਜਿਹੜਾ ਆ ਉਹ ਰੋਂਦਾ ਫਿਰੀ ਜਾਣਾ, ਜਿੱਦਾਂ ਮੈਂ ਰੋ ਰਿਹਾ। ਵੀ ਇੰਨਾ ਘੱਟ ਆ 1 ਸਾਲ ਦੀ ਵਾਹੀ ਤੋਂ ਬਾਅਦ ਠੇਕਾ ਲੈਦਾ ਤੋਂ, ਵੀ ਜਿਹੜਾ 1 ਸਾਲ ਦਾ ਪੂਰੇ ਦਾ ਠੇਕਾ ਬਲਕਿ 1.25 ਸਾਲ ਦਾ ਠੇਕਾ ਇਸ ਜ਼ਮੀਨ ਦੇ ਉੱਤੇ ਪੈਂਦਾ ਆ। ਉਸ ਤੋਂ ਬਾਅਦ ਇਹਦੇ ਤੋਂ ਬਾਅਦ ਜਿਹੜੀ ਅੱਗੇ ਗਾਡੀ ਕਰ ਰਹੀਆਂ ਉਹਨੂੰ ਤੁਸੀਂ ਹਿਸਾਬ ਲਾ ਕੇ ਦੇਖੋ ਵੀ ਉਹ ਕਿੱਧਰ ਨੂੰ ਜਾਂਦੀ ਆ। ਵੀ ਇਹਦੀ ਜ਼ਮੀਨ ਛੱਡੀ ਹੋਈ ਦੇ ਉੱਤੇ ਵੀ ਖਰਚਾ ਜ਼ਿਆਦਾ ਹੁੰਦਾ। ਵੀ ਇਹ ਨਿਰਾ ਖਰਚੇ ਦਾ ਘਰ ਆ। ਤੇ ਜਿਹੜੀ ਤੁਸੀਂ ਆ ਚੀਨੀ ਖਾਂਦੇ ਆ, ਮਿੱਠਾ ਖਾਂਦੇ ਆ, ਇਹ ਜ਼ਿਮੀਂਦਾਰ ਹੀ ਪੈਦਾ ਕਰਦਾ। ਇੰਨਾ ਕੁਛ ਕਰਕੇ, ਇੰਨਾ ਪੈਸਾ ਲਾ ਕੇ, ਮਿਹਨਤ ਕਰਕੇ, ਫਿਰ ਉਸ ਤੋਂ ਬਾਅਦ ਇਹ ਆ ਵੀ 1 ਸਾਲ ਦੇ ਵਿੱਚ ਪੈਸੇ ਦੀ ਜਿਹੜੀ ਕੀਮਤ ਆ ਉਹ ਕਿੰਨੀ ਹੁਣ ਡੀ ਵੈਲਿਊ ਹੁੰਦੀ ਆ। ਇਹ ਵੀ ਤੁਹਾਡੇ ਸਾਹਮਣੇ ਆ ਵੀ ਜਿਹੜਾ ਅੱਜ ਤੋਂ 1 ਸਾਲ ਪਹਿਲਾਂ ਲੱਖ ਸੀਗਾ ਉਹ ਅੱਜ 1.25 ਲੱਖ ਬਣਿਆ ਹੋਇਆ ਹੁੰਦਾ। ਉਹਨੇ ਉਹ ਫਿਰ ਵੀ ਉਹ ਲੱਖ, ਉਹਨੂੰ ਤਾਂ ਆਪਣਾ ਲੱਖ ਵੀ ਨਹੀਂ ਲੱਭਦਾ। ਵੀ ਯਾਰ ਇੰਨੇ ਖਰਚੇ
ਫਿਰ ਵੀ ਕੋਈ ਬੰਦਾ ਨਹੀਂ ਸੋਚਦਾ ਹੈਗਾ ਇੰਨਾ ਨੁਕਸਾਨ ਹੈਗਾ। ਇਹ ਹੌਲੀ ਹੌਲੀ ਫਿਰ ਇਹ ਘਟ ਹੀ ਜਾਣਾ ਨਾ। ਕਿਹਨੇ ਲਾਣਾ? ਇਹ ਬੰਦੇ ਲਾਣਾ ਬੰਦ ਕਰ ਦੇਣਗੇ। ਜਿੱਦਾਂ ਅੱਧਾ ਕੁ ਪਿਛਲੇ ਸਾਲ ਪੱਟਿਆ ਗਿਆ, ਬਾਕੀ ਰਹਿੰਦਾ ਖੁੰਦਾ ਇਹ ਇਸ ਸਾਲ ਪੱਟਿਆ ਜਾਊਗਾ। ਤੇ ਫਿਰ ਬਹਿਣਗੇ ਸਿਰ ਜੋੜ ਕੇ। ਫਿਰ ਜਿਵੇਂ ਹੁਣ ਕਣਕ ਬਾਰੀ ਜ਼ਿਮੀਂਦਾਰਾਂ ਦੇ ਤਰਲੇ ਕਰਨੇ ਪਏ ਆ, ਫਿਰ ਇਹ ਤਰਲਿਆਂ ਨੂੰ ਸ਼ੁਰੂ ਹੋ ਜਾਣਗੇ ਵੀ ਜ਼ਿਮੀਂਦਾਰ ਨੂੰ ਕਹੋ ਵੀ ਕਮਾਦ ਲਾਵੇ। ਯਾਰ ਇਹ ਸੂਰਤ ਹਾਲ ਕਦੋਂ ਤੱਕ ਚੱਲੂਗੀ? ਜ਼ਿਮੀਂਦਾਰ ਤਾਂ ਕਮਾਦ ਇੱਕ ਸਾਲ ਲਾਂਦਾ, ਦੂਜੇ ਸਾਲ ਪੱਟਣ ਤੇ ਮਜਬੂਰ ਹੋਇਆ ਹੋਇਆ। ਤੇ ਜਿਹੜੇ ਇਹ ਮਿੱਲਾਂ ਫੈਕਟਰੀਆਂ ਵਾਲੇ ਆ ਵੀ ਇਹਨਾਂ ਦੀ ਪਕਾਸ ਇਹਨਾਂ ਦੀ ਵਿਕਦੀ, ਵੀ ਉਹ ਜਿਹੜਾ ਚੂਰਾ ਜਿਹਾ ਬਣਦਾ ਨਾ ਉਹ ਇਹਨਾਂ ਦਾ ਵਿਕਦਾ, ਮੱਡ ਇਹਨਾਂ ਦੀ ਵਿਕਦੀ, ਸੀਰਾ। ਫਿਰ ਹੁਣ ਇੱਕ ਸਾਡੇ ਇੱਥੇ ਆ ਲਾਗੇ ਜਿਹੜੀ ਸਾਡੇ ਤਾਂਦਲਿਆਂ ਵਾਲਾ ਸ਼ੂਗਰ ਮਿੱਲ ਆ, ਉਹਦੇ ਨਾਲ ਹੀ ਡਿਸਟਰਲੀ ਜਿਹੜੀ ਆ ਉਹ ਲਾ ਲਈ ਹੋਈ ਆ, ਜਿਹਦੇ ਵਿੱਚ ਅਲਕੋਹਲ ਬਣਦਾ। ਉਹ ਬਾਹਰ ਜਾਂਦੀ ਆ, ਉਹਦੇ ਤੋਂ ਵੀ ਮਾਲ ਕਮਾਉਂਦੇ ਆ, ਚੀਨੀ ਤੋਂ ਵੀ ਮਾਲ ਕਮਾਉਂਦੇ ਆ। ਯਾਰ ਵੀ ਇਹ ਬਣਦੇ ਜਾ ਰਹੇ ਆ। ਇਸ ਇੱਕ ਮਿੱਲ ਤੋਂ 3-4 ਮਿੱਲਾਂ ਲਾ ਲਈਆਂ ਹੋਈਆਂ। ਹਰ ਤੁਸੀਂ ਜਿਹੜਾ ਵੀ ਤੁਸੀਂ ਸ਼ੂਗਰ ਮਿੱਲ ਵਾਲਾ ਦੇਖ ਲਿਓ ਨਾ, ਉਹ ਪਹਿਲਾਂ ਇੱਕ ਲਾਊਗਾ, ਫਿਰ ਉਹਦੀਆਂ 2-3-4 ਹੋਣਗੀਆਂ। ਉਹਨਾਂ ਦੀ ਕਮਾਈ ਦਾ ਕੋਈ ਰਸਤਾ ਬੰਦ ਨਹੀਂ ਹੁੰਦਾ। ਉਹ ਚੀਨੀ ਆਪਣੀ ਮਰਜ਼ੀ ਨਾਲ ਵੇਚਣਗੇ। ਆਖਰ ਤੇ ਜਾ ਕੇ ਕੀ ਕਰਨਗੇ ਵੀ ਨਾ, ਜਦੋਂ ਰੇਟ ਜਿਹੜਾ ਆ ਗੰਨੇ ਦਾ ਉਹ ਵਧਾ ਦੇਣਗੇ 50-100 ਰੁਪਈਆ। ਜਦੋਂ ਗੰਨਾ ਮੁੱਕ ਜੂਗਾ ਉਹ ਵਧਾਣਗੇ ਚੀਨੀ ਦਾ ਰੇਟ, ਫਿਰ ਉਹਦੇ ਹਿਸਾਬ ਦੇ ਨਾਲ ਸੈੱਟ ਕਰ ਲੈਣਗੇ। ਤੇ ਗੌਰਮੈਂਟ ਦੇ ਉੱਤੋਂ ਜੋ ਉਹਨਾਂ ਕੋਲੋਂ ਵੀ ਸਬਸਿਡੀਆਂ ਲੈਣਗੇ ਤੇ ਉਹਨਾਂ ਕੋਲੋਂ ਜਨਾਬ ਜੀ ਰਿਲੀਫ ਲੈਣਗੇ। ਵੀ ਉਹ ਬਣਦੇ ਜਾ ਰਹੇ ਆ। ਤੇ ਜ਼ਿਮੀਂਦਾਰ ਜਿਹੜਾ ਆ ਉਹ ਡੂੰਘੀ ਜਿਹੜੀ ਖੂਹੀ ਆ ਨਾ, ਖੂਹੀ ਨਹੀਂ ਬਲਕਿ ਖੂਹ ਦੇ ਵਿੱਚ ਉਹ ਡਿੱਗਦਾ ਜਾ ਰਿਹਾ। ਉਹਦੇ ਪੱਲੇ ਕੋਈ ਸ਼ੈ ਨਹੀਂ ਹੈ। ਹਰ ਫਸਲ ਨੇ ਮਾਰਿਆ, ਸਵਾਏ ਮੱਕੀ ਆ ਜਿਹੜੀ ਆ ਹੋਣ ਵਾਲੀ ਆਈ ਸੀ ਨਾ ਮੱਕੀ। ਇਸ ਮੱਕੀ ਨੇ ਕੋਈ ਥੋੜਾ ਜਿਹਾ ਜ਼ਿਮੀਂਦਾਰ ਨੂੰ ਆਸਰਾ ਕੀਤਾ ਸੀ। ਸ਼ਾਹੂਕਾਰ ਇਹਦੇ 'ਚ ਵੀ ਕੋਈ ਨਹੀਂ ਬਣਿਆ। ਜਿੱਦਾਂ ਮੈਂ ਉਹਨੂੰ ਦੱਸਿਆ, ਤੁਹਾਨੂੰ ਦੱਸਿਆ ਵੀ ਗੱਲ ਉਹੀ ਆ ਵੀ ਪੈਸੇ ਨੂੰ ਪੈਸਾ ਖਿੱਚਦਾ, ਤੇ ਜ਼ਿਮੀਂਦਾਰ ਕੋਲੋਂ ਪੈਸਾ ਨਿਕਲ ਗਿਆ ਹੋਇਆ ਤੇ ਇਹ ਥੱਲੇ ਤੋਂ ਥੱਲੇ ਜਾ ਰਿਹਾ। ਇਹਦੇ ਬਾਰੇ 'ਚ ਕਿਸੇ ਬੰਦੇ ਦਾ ਧਿਆਨ ਨਹੀਂ ਹੈ, ਕਿਸੇ ਬੰਦੇ ਦੀ ਸੋਚ ਨਹੀਂ ਹੈ। ਆ ਹੁਣ ਥੋੜੀ ਜਿਹੀ ਪਿੱਛੇ ਜਿਹੀ ਤਹਿਰੀਕ ਉੱਠੀ ਸੀਗੀ ਵੀ ਗੰਨੇ ਦਾ ਰੇਟ 500 ਰੁਪਈਆ ਕਰੋ, ਪਰ ਉਹ ਕਿਧਰੇ ਬਸ ਫੇਸਬੁੱਕ ਤੇ ਕਿਸੇ ਨੇ ਲਾਤੀ, ਕਿਸੇ ਨੇ ਕੋਈ YouTube ਤੇ ਲਾਤੀ, ਪਰ ਉਸ ਤੋਂ ਅੱਗੇ ਗੱਲ ਜਿਹੜੀ ਆ ਨਾ ਉਹ ਕੋਈ ਨਹੀਂ ਹੈਗੀ। ਵੀ ਬਹੁਤ ਸਾਰੇ ਜ਼ਿਮੀਂਦਾਰ ਇਹੋ ਜਿਹੇ ਆ ਜਿਹੜੇ ਉਹ ਮੈਨੂੰ ਆ ਕੇ ਇਹ ਗੱਲ ਕਰਦੇ ਆ ਵੀ ਯਾਰ ਸਾਡੀ ਤਾਂ ਪਿਛਲੇ ਸਾਲ ਦੀ ਪੇਮੈਂਟ ਖੜੀ ਆ, ਸਾਡੇ ਪਿਛਲੇ ਸਾਲ ਦੇ ਪੈਸੇ ਨਹੀਂ ਮਿੱਲਾਂ ਵਾਲਿਆਂ ਨੇ ਦਿੱਤੇ। ਤੇ ਯਾਰ ਇਹ ਏਸੀ ਸਾਹਿਬਾਨ ਇੱਥੇ ਸੁਣਿਆ ਇੱਕ ਏਸੀ ਆਇਆ ਸੀ 5-4 ਸਾਲ ਹੋ ਗਏ, ਉਹਨੇ ਰੂਠੜੇ ਮਰਾਤੇ ਸੀ। ਜ਼ਿਮੀਂਦਾਰ ਕੰਨਾ ਤਾਈਂ ਉਸ ਬੰਦੇ ਦੇ ਉੱਤੋਂ ਨਾ, ਇੱਕ ਬੰਦੇ ਦੇ ਉੱਤੋਂ ਰਾਜੀ ਸੀ। ਪੇਮੈਂਟਾਂ ਵੀ ਲੱਭੀਆਂ, ਸਾਰਾ ਕੁਝ ਲੱਭਿਆ, ਰੇਟ ਬੜਾ ਚੰਗਾ ਸੀਗਾ। ਤੇ ਹੁਣ ਜਿਹੜਾ ਇਖਤਿਆਰਾਤ ਤਾਂ ਹੁਣ ਦੇ ਜਿਹੜੇ ਏਸੀ ਸਾਹਿਬਾਨ ਆ ਉਹਨਾਂ ਕੋਲ ਵੀ ਯਾਰ ਉਹੀ ਆ ਨਾ। ਮੈਂ ਕਿਸੇ ਨੂੰ ਇਹ ਨਹੀਂ ਵੀ ਮੈਂ ਕਿਸੇ ਨੂੰ ਇਹਦੇ 'ਚ ਵੀਡੀਓ ਦੇ ਵਿੱਚ ਬੁਰਾ ਭਲਾ ਕਰ ਰਿਹਾ ਜਾਂ ਕੋਈ, ਮੈਂ ਤਾਂ ਇਹ ਕਹਿੰਦਾ ਵੀ ਯਾਰ ਆਹ ਦੇਖੋ ਜ਼ਿਮੀਂਦਾਰਾਂ ਦਾ ਕੁਝ ਖਿਆਲ ਕਰੋ। ਸਾਡੇ ਜਿਹੜੇ ਏਸੀ ਸਾਹਿਬਾਨ ਆ ਉਹਨਾਂ ਨੂੰ ਚਾਹੀਦਾ ਕਿ ਯਾਰ ਇਹ ਮਿੱਲਾਂ ਵਾਲਿਆਂ ਦੇ ਉੱਤੇ, ਇਹਨਾਂ ਦੇ ਉੱਤੇ ਨਜ਼ਰ ਰੱਖਣ, ਇਹਨਾਂ ਦੇ ਉੱਤੇ ਡਿਊਟੀ ਦੇਣ। ਵੀ ਬਾਕੀ ਸਾਡੀ ਜਿਹੜੀ ਗੌਰਮੈਂਟ ਆ ਉਹਨੂੰ ਮਹਿਕਮਾ ਸ਼ੁਮਾਰਿਆਤ ਆ, ਮਹਿਕਮਾ ਸਾਡਾ ਜ਼ਰਾਅਤ ਹੈਗਾ, ਉਹਨਾਂ ਤੋਂ ਯਾਰ ਜੇ ਤੁਹਾਨੂੰ ਨਹੀਂ ਪਤਾ ਹੈਗਾ ਉਹਨਾਂ ਤੋਂ ਐਸਟੀਮੇਟ ਲਵਾ ਲਓ ਵੀ ਇੱਕ ਕਿਸਾਨ ਦਾ, ਇੱਕ ਜ਼ਿਮੀਂਦਾਰ ਦਾ ਇੱਕ ਫਸਲ ਦੇ ਉੱਤੇ ਖਰਚਾ ਕਿੰਨਾ ਹੈਗਾ। ਜਿੱਦਾਂ ਹੁਣ ਦੁਕਾਨਾਂ ਦੇ ਉੱਤੇ ਰੇਟ ਲਿਸਟਾਂ ਲੱਗਦੀਆਂ ਵੀ ਆਹ ਸਬਜ਼ੀ ਜਿਹੜੀ ਆ ਇਸ ਰੇਟ ਆ, ਅੱਜ ਗੋਭੀ ਇਸ ਰੇਟ ਵੇਚਣੀ ਆ। ਤੁਸੀਂ ਆ ਸੁਬਾਹ ਇੱਕ ਬੰਦਾ ਆਂਦਾ ਤਹਿਸੀਲ ਦੇ ਵਿੱਚੋਂ ਟੁਰਦਾ, ਉਹ ਪੂਰੀ ਤਹਿਸੀਲ ਦੇ ਹਰ ਦੁਕਾਨਦਾਰ ਨੂੰ ਜਿਹੜਾ ਉਹ ਇੱਕ ਰੇਟ ਲਿਸਟ ਦੇ ਕੇ ਜਾਂਦਾ। ਤੇ ਯਾਰ ਜੇ ਉਹਨਾਂ ਦੀ ਇੰਜ ਵਿਕ ਸਕਦੀ ਆ ਤੇ ਸਾਡੇ ਜ਼ਿਮੀਂਦਾਰ ਦੀ ਵੀ ਤਾਂ ਉੱਥੇ ਮੰਡੀਆਂ ਦੇ ਵਿੱਚ ਰੇਟ ਲਿਸਟਾਂ ਲੱਗਣੀਆਂ ਚਾਹੀਦੀਆਂ ਕਿ ਯਾਰ ਜ਼ਿਮੀਂਦਾਰ ਦਾ ਜਿਹੜਾ ਫਰਜ਼ ਕਰੋ ਵੀ ਸਾਡੀ ਸਬਜ਼ੀ ਜਾਂਦੀ ਆ ਉਹਦੇ ਉੱਤੇ ਵੀ ਗੋਭੀ ਦੇ ਉੱਤੇ ਜ਼ਿਮੀਂਦਾਰ ਦਾ ਜਿਹੜਾ ਆ ਉਸ ਦੇ ਹਿਸਾਬ ਨਾਲ ਖਾਦਾਂ ਦੇ ਤੇ ਬਿਜਲੀਆਂ ਦੇ ਰੇਟ ਜਮ੍ਹਾਂ ਕਰਕੇ ਵੀ ਯਾਰ ਇਹਦਾ ਕਿੰਨਾ ਖਰਚਾ ਬਣਦਾ, ਵੀ ਘੱਟ ਤੋਂ ਘੱਟ ਰੇਟ ਉੱਥੋਂ ਬੋਲੀ ਸ਼ੁਰੂ ਹੋ ਜਾਏ। ਇਵੇਂ ਸਾਡੇ ਮੱਕੀ ਆ ਜਾਂ ਸਾਡੀ ਕਣਕ ਆ ਜਾਂ ਸਾਡੀ ਹੋਰ ਜਿਹੜੀ ਵੀ ਕੋਈ ਜਿਨਸ ਆ ਉਹਦਾ ਯਾਰ ਮੰਡੀਆਂ ਦੇ ਵਿੱਚ ਰੇਟ ਲਿਸਟ ਲੱਗ ਸਕਦੀ ਆ ਵੀ ਇਹ ਜੀ 2000 ਤੋਂ ਜਾਂ 3000 ਦੇ ਉੱਤੋਂ ਬੋਲੀ ਸ਼ੁਰੂ ਹੋਊਗੀ। ਇੱਥੇ ਜ਼ਿਮੀਂਦਾਰ ਦਾ ਜਿਹੜਾ ਆ ਖਰਚਾ ਪੂਰਾ ਹੁੰਦਾ। ਇਸ ਤੋਂ ਉੱਤੇ ਯਾਰ ਉਹਦੇ ਮੁਕੱਦਰ ਆ ਜਿਹੜੇ ਉਹ ਵੱਟ ਲਵੇ, ਕੋਈ 200 ਵੱਟ ਲਵੇ, ਕੋਈ 400, ਉਹ ਰੱਬ ਤੇ ਛੱਡੋ, ਜਿਹੜਾ ਉਹਦਾ ਰਿਜ਼ਕ ਉਹਦੇ ਮੁਕੱਦਰਾਂ ਦਾ ਆ ਉਹਨੂੰ ਲੱਭ ਜੂਗਾ। ਬਾਕੀ ਇੰਜ ਤਾਂ ਜ਼ਿਮੀਂਦਾਰ ਨੂੰ ਨਾ ਮਾਰੋ ਵੀ ਰੇਟ ਜਨਾਬ ਜੀ ਬਸ ਤੁਸੀਂ ਉੱਥੇ ਬਹਿ ਕੇ ਕੱਢਤਾ ਵੀ 350 ਰੁਪਈਏ ਨੂੰ ਗੰਨਾ ਲਿਆ ਜਾਊਗਾ ਤੇ ਉਹ 350 ਦੇ ਵਿੱਚ ਤਾਂ ਯਾਰ ਜ਼ਿਮੀਂਦਾਰ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ ਹੈ। ਹੁਣ ਹਰ ਬੰਦਾ ਜਿਹੜਾ ਆ ਉਹ ਜਿਹੜਾ ਗੰਨੇ ਦਾ ਜ਼ਿਮੀਂਦਾਰ ਆ ਉਹ ਜਿੱਥੇ ਬਹਿੰਦਾ, ਮਹਿਫਲ ਲੱਗਦੀ ਆ, ਜਿੱਥੇ ਅਸੀਂ ਕੋਈ ਗੱਲਬਾਤ ਸੁਣਦੇ ਆ, ਉਹ ਕਹਿੰਦਾ ਯਾਰ ਬਸ
ਆ ਵਾਹ ਦੇਣਾ ਆ। ਕਈ ਜਿਹੜੇ ਉਹ ਇਸ ਡੀਕ ਦੇ ਵਿੱਚ ਰਹਿੰਦੇ ਆ ਵੀ ਆਖਰ ਦੇ ਉੱਤੇ ਜਾ ਕੇ ਜਿਹੜਾ ਆ ਇਹਨੂੰ ਉਹ ਕਰਾਂਗੇ, ਵੱਢਾਂਗੇ, ਭੇਜਾਂਗੇ ਮਿਲ, ਸ਼ਾਇਦ ਕੋਈ ਰੇਟ ਜਿਹੜਾ ਆ ਉਹ ਵੱਧ ਜਵੇ, ਤੇ ਕੋਰਾ ਉਹਦਾ ਆ ਇੰਨਾ ਵਜ਼ਨ ਘਟਾ ਦਿੰਦਾ, ਇੰਨਾ ਰੇਟ ਨਹੀਂ ਵੱਧਦਾ ਜਿੰਨਾ ਉਹਦਾ ਵਜ਼ਨ ਘਟ ਜਾਂਦਾ। ਕੋਈ ਇਹਦੀ ਸਿਕਿਉਰਿਟੀ ਵੀ ਹੋਣੀ ਚਾਹੀਦੀ ਆ, ਕੋਈ ਇਹਦੀ ਬੀਮਾ ਪਾਲਿਸੀ ਵੀ ਹੋਣੀ ਚਾਹੀਦੀ ਆ। ਇਹ ਅਗਰ ਤੁਸੀਂ ਇਹਦੀ ਬੀਮਾ ਪਾਲਿਸੀ ਨਹੀਂ ਕਰ ਸਕਦੇ, ਜਿਹੜੀ ਇਹਦੇ ਤੇ ਆਫਤਾਂ ਆਉਂਦੀਆਂ ਇਹਨਾਂ ਦਾ ਕੋਈ ਉਜ਼ਾਲਾ ਨਹੀਂ ਕਰ ਸਕਦੇ, ਕਮ ਸੇ ਕਮ ਯਾਰ ਇਹਨੂੰ ਫਸਲਾਂ ਦਾ ਰੇਟ ਤਾਂ ਉਹਦੇ ਖਰਚੇ ਦੇ ਮੁਤਾਬਕ ਦਿਓ। ਸਾਰੀ ਜਿੰਨੀ ਸਾਡੀ ਅਸੈਂਬਲੀ ਆ ਨਾ, ਇਹ ਜ਼ਿਮੀਂਦਾਰਾਂ ਦੇ ਨਾਲ ਭਰੀ ਹੋਈ ਆ। ਥੋੜੇ ਲੋਕ ਹੋਣਗੇ ਜਿਹੜੇ ਉੱਥੇ ਕਾਰੋਬਾਰੀ ਬੈਠੇ ਹੋਣਗੇ, ਬਿਜ਼ਨਸਮੈਨ ਬੈਠੇ ਹੋਣਗੇ, ਜ਼ਿਆਦਾਤਰ ਜਿੰਨੇ ਵੀ ਆ ਉਹ ਸਾਰੇ ਇੱਥੋਂ ਪਿੰਡਾਂ ਥਾਵਾਂ ਤੋਂ ਉੱਠੇ ਹੋਏ ਆ। ਪਰ ਉੱਥੇ ਏਸੀ ਦੀ ਹਵਾ ਇਹੋ ਜਿਹੀ ਆ ਕਿ ਪਤਾ ਨਹੀਂ ਉੱਥੇ ਕੀ ਗੱਲ ਆ ਵੀ ਉੱਥੇ ਜਾਂਦੇ ਹੀ ਸਾਰਿਆਂ ਦੇ ਮੂੰਹ ਜਿਹੜੇ ਆ ਉਹ ਬੰਦ ਹੋ ਜਾਂਦੇ ਆ। ਕੋਈ ਦੋ ਇੱਕ ਹੈ ਆ ਜਿਹੜੇ ਬੋਲਦੇ ਵੀ ਆ, ਪਰ ਉਹ ਇੱਕ ਅੱਧੇ ਬੰਦੇ ਦੀ ਕਿੱਥੇ ਸੁਣੀ ਜਾਂਦੀ ਆ। ਇਹਦੇ ਵਿੱਚ ਤਾਂ ਇੱਕ ਹੋਣਾ ਚਾਹੀਦਾ ਯਾਰ। ਤੁਸੀਂ ਕੋਈ ਪਾਰਟੀ ਹੋਵੇ, ਭਾਵੇਂ ਕੋਈ ਆਪੋਜੀਸ਼ਨ ਦਾ ਬੰਦਾ ਹੋਵੇ, ਭਾਵੇਂ ਹਕੂਮਤੀ ਪਾਰਟੀ ਦਾ ਹੋਵੇ, ਯਾਰ ਇਸ ਏਜੰਡੇ ਦੇ ਉੱਤੇ ਤਾਂ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਨਾ। ਜ਼ਿਮੀਂਦਾਰ ਨੂੰ ਮਰਦੇ ਦੇਖ ਰਹੇ ਆ ਤੁਸੀਂ, ਤੁਹਾਨੂੰ ਪਤਾ ਨਹੀਂ ਰਹਿਮ ਕਿਉਂ ਨਹੀਂ ਆਉਂਦਾ ਹੈ, ਇਹਦਾ ਖਿਆਲ ਕਿਉਂ ਨਹੀਂ ਆਉਂਦਾ ਹੈ। 1 ਸਾਲ ਹੋ ਗਿਆ ਪੂਰਾ, ਉਹ ਜਿੱਦਾਂ ਕਹਿੰਦੇ ਆ ਨਾ ਕੋਈ ਦਿਨ ਜਿਹੜਾ ਆ ਉਹ ਸਿਆਹ ਦਿਨ ਹੁੰਦਾ, ਮਨਾਉਂਦੇ ਆ ਲੋਕ ਵੀ ਇਹ ਸਿਆਹ ਦਿਨ। ਤੇ ਆਹ ਜਿਹੜਾ ਸਾਲ ਆ 2024, ਇਹ ਜ਼ਿਮੀਂਦਾਰਾਂ ਵਾਸਤੇ ਇਹਨੂੰ ਮੈਂ ਕਾਲਾ ਸਾਲ ਹੀ ਕਹੂੰਗਾ ਵੀ ਇਹ ਕਾਲਾ ਸਾਲ ਸੀਗਾ ਜ਼ਿਮੀਂਦਾਰਾਂ ਵਾਸਤੇ। ਪੂਰੇ 1 ਸਾਲ ਦੇ ਵਿੱਚ ਜ਼ਿਮੀਂਦਾਰ ਦੇ ਪੱਲੇ ਕੋਈ ਸ਼ੈ ਨਹੀਂ ਪਈ। ਤਿਲਾਂ ਨੇ ਇਹਨੂੰ ਮਾਰਿਆ, ਕਣਕ ਨੇ ਇਹਨੂੰ ਮਾਰਿਆ, ਪਿਛਲੀ ਮੱਕੀ ਸੀ ਜਿਹੜੀ ਉਹਨੇ ਮਾਰਿਆ, ਸਰੋਂ ਨੇ ਮਾਰਿਆ, ਮੂੰਜੀ ਨੇ ਮਾਰਿਆ। ਤੇ ਸਬਜ਼ੀਆਂ ਦਾ ਹਾਲ ਜਿਹੜਾ ਆ ਉਹ ਸਬਜ਼ੀਆਂ ਸਾਡੇ ਇੱਥੇ ਐਡੇ ਵੱਡੇ ਪੈਮਾਨੇ ਤੇ ਲੱਗਦੀਆਂ ਨਹੀਂ ਹੈ ਵੀ ਇੱਕਾ ਦੁੱਕਾ ਨੂੰ ਲੱਗ ਗਈਆਂ। ਤੇ 1 ਸਾਲ ਹੋ ਗਿਆ ਸੁਣਦੇ ਆਏ ਆ ਜੀ ਜਿਹੜੀ ਸਰਕਾਰਾਂ ਆ ਉਹ ਜ਼ਿਮੀਂਦਾਰਾਂ ਨੂੰ ਆਹ ਰਿਲੀਫ ਦਊਗੀ, ਜ਼ਿਮੀਂਦਾਰਾਂ ਵਾਸਤੇ ਆਹ ਕਰੂਗੀ, ਇੰਜ ਕਰ ਦੂਗੀ, ਫਲਾਣਾ ਕਰ ਦੂਗੀ। ਉਹੀ 12,000 ਤੋਂ ਉੱਤੇ DAP, 4500 ਤੋਂ ਉੱਤੇ ਜਿਹੜਾ ਯੂਰੀਆ ਇਹ ਲੱਭ ਰਿਹਾ। ਕੋਈ ਫਰਕ ਨਹੀਂ ਪਿਆ। ਬਿਜਲੀ ਦੇ ਰੇਟ ਉਹ ਅੱਗੇ ਨਾਲੋਂ ਵੀ ਵੱਧ ਗਏ ਹੋਏ ਆ, ਕੋਈ ਫਰਕ ਨਹੀਂ ਪਿਆ ਵੀ ਕੋਈ ਪਿਛਾ ਨੂੰ ਆਵੇ। ਹਾਂ ਟਰੈਕਟਰ ਵੰਡੇ ਆ, ਜੇ ਟਰੈਕਟਰ ਇੱਕ ਐਡੇ ਵੱਡੇ 25,000 ਦੀ ਆਬਾਦੀ ਆ, 30,000 ਦੀ ਆ, 20,000 ਦੀ, ਐਡੇ ਵੱਡੇ ਪਿੰਡ ਦੇ ਵਿੱਚੋਂ ਜੇ ਇੱਕ ਨੂੰ ਲੱਭ ਵੀ ਗਿਆ, ਦੱਸੋ ਦੂਜੇ ਜ਼ਿਮੀਂਦਾਰਾਂ ਨੂੰ ਉਹਦਾ ਕੀ ਭਾਅ ਆ। ਚਲੋ ਇੱਕ ਦਾ ਤਾਂ ਸਰ ਗਿਆ, ਦੂਜਿਆਂ ਨੂੰ ਉਹਦਾ ਕੀ ਫਾਇਦਾ। ਮੈਂ ਨਹੀਂ ਕਹਿੰਦਾ ਵੀ ਉਹ ਮਾੜਾ ਹੋਇਆ, ਚਲੋ ਉਹ ਇੱਕ ਦਾ ਫਾਇਦਾ ਹੋਇਆ, ਲੇਕਿਨ ਦੂਜੇ ਤਾਂ ਸਾਰੇ ਦੇਖ ਰਹੇ ਆ ਬੈਠੇ, ਉਹਨਾਂ ਨੂੰ ਤਾਂ ਕੋਈ ਉਹ ਫਾਇਦਾ ਨਹੀਂ ਹੋਇਆ। ਉਹਨਾਂ ਵਾਸਤੇ ਤਾਂ ਕੀ ਵੀ ਉਸੇ ਰੇਟ, ਚੀਨੀ ਵੀ ਉਸੇ ਰੇਟ, ਹਰ ਸ਼ੈ ਉਸੇ ਰੇਟ ਦੇ ਵਿੱਚ ਉਹ ਖਰੀਦਦੇ ਆ। ਤੇ ਯਾਰ ਬਸ ਮੈਂ ਇਹੀ ਕਹੂੰਗਾ ਵੀ ਯਾਰ ਕੋਈ ਉੱਠੋ, ਸਾਡੇ ਵਿੱਚੋਂ ਉੱਠੋ, ਕੋਈ ਜ਼ਿਮੀਂਦਾਰਾਂ ਦੇ ਵਿੱਚੋਂ ਉੱਠੋ। ਇਕੱਲਾ ਇਹ ਨਹੀਂ ਕਿ ਆ ਮੇਰੇ ਤਰ੍ਹਾਂ ਬਹਿ ਕੇ ਵੀਡੀਓ ਬਣਾਤੀ, ਹੋਰ ਦੋਸਤ ਵੀ ਵੀਡੀਓ ਬਣਾਉਂਦੇ ਇੱਦਾਂ ਹੀ ਬਣਾਈਆਂ, ਮੈਂ 2-4 ਦੇਖੀਆਂ, ਗੱਲ ਕਰਦੇ ਆ। ਪਰ ਯਾਰ ਇਹ ਵੀਡੀਓ ਕੀ ਕਰੂਗੀ। ਸਾਨੂੰ ਤਾਂ ਯੂਨੀਅਨ ਕੌਂਸਲ ਲੈਵਲ ਦੇ ਉੱਤੇ ਨਾ, ਮੈਂ ਪਹਿਲੇ ਵੀ ਇਹ ਗੱਲ ਕਰਦਾ ਹੁੰਦਾ ਵੀ ਸਾਨੂੰ ਯੂਨੀਅਨ ਕੌਂਸਲ ਲੈਵਲ ਦੇ ਉੱਤੇ WhatsApp ਗਰੁੱਪ ਹੋਣੇ ਚਾਹੀਦੇ ਆ। ਵੱਡੇ ਜ਼ਿਮੀਂਦਾਰ ਜਿਹੜੇ ਆ ਉਹ ਅੱਗੇ ਲੱਗਣ, ਉਹ ਬਹਿ ਕੇ ਕੋਈ ਯੂਨੀਅਨ ਕੌਂਸਲ ਲੈਵਲ ਦੇ ਉੱਤੇ ਕੋਈ 100-200 ਜ਼ਿਮੀਂਦਾਰ ਦਾ ਇੱਕ ਉਹ ਹੋਣਾ ਚਾਹੀਦਾ। ਜੇ ਇਦਾਂ ਹਰ ਕੌਂਸਲ ਦੇ ਵਿੱਚ ਹੋਵੇ ਤੇ ਸਾਰੇ ਕਿਧਰੇ ਨਾ ਕਿਧਰੇ ਇਕੱਠੇ ਹੋਣਾ। ਇੱਥੇ ਤਾਂ ਤਹਿਸੀਲ ਦੇ ਵਿੱਚ ਜੇ ਇੱਕ ਨੇ ਕਿਸੇ ਨੇ ਆਵਾਜ਼ ਮਾਰਤੀ ਆ ਤੇ 10 ਬੰਦੇ ਵੀ ਨਹੀਂ ਜਾਂਦੇ, ਇਹਦਾ ਕਿਸੇ ਨੂੰ ਕੀ ਭਾਅ ਹੈਗਾ। ਫਿਰ ਸਾਡੇ ਜਿਹੜੇ ਬੋਰਡ, ਕਿਸਾਨ ਬੋਰਡ ਹੋ ਗਿਆ, ਕਿਸਾਨ ਇਤਿਹਾਦ ਹੋ ਗਿਆ, ਇਹਨਾਂ ਦੇ ਜਿੰਨੇ ਸਦਰ ਆ, ਜਿੰਨੇ ਬਣਦੇ ਆ, ਚੇਅਰਮੈਨ ਬਣ ਗਿਆ, ਕੋਈ ਸਦਰ ਬਣ ਗਿਆ, ਉਹਦੇ ਆਪਸ ਦੇ ਵਿੱਚ ਵੰਡ ਲਏ। ਉਹ ਕੌਣ ਵੰਡਦਾ? ਉਹੀ ਵੰਡਦੇ ਆ ਜਿਹੜੇ ਉੱਥੇ ਦੇ MNA ਹੁੰਦੇ ਆ, ਉੱਥੇ ਉਹ ਵੀ ਇੰਝ ਹੀ ਆ। ਕਿਸੇ ਨੂੰ ਕਿਸੇ ਜ਼ਿਮੀਂਦਾਰ ਦੀ ਹੈ ਹੀ ਨਹੀਂ, ਇਹਦੀ ਕੋਈ ਵੁਕਤ ਨਹੀਂ ਹੈਗੀ, ਇਹਦੀ ਕਿਧਰੇ ਸੁਣਵਾਈ ਨਹੀਂ ਹੈਗੀ। ਮੈਂ ਇਹੀ ਕਹੂੰਗਾ, ਪਹਿਲਾਂ ਤਾਂ ਸਭ ਤੋਂ ਪਹਿਲਾਂ ਜ਼ਿਮੀਂਦਾਰਾਂ ਨੂੰ ਕਹੂੰਗਾ ਵੀ ਇਕੱਠੇ ਹੋਵੋ। ਇੰਝ ਨਹੀਂ ਕਿ ਬਸ ਠੀਕ ਆ ਜੀ, ਤੂੰ ਗੰਨਾ ਛਿੱਲਿਆ ਤੂੰ ਵੀ ਲੈ ਕੇ ਚੱਲ ਗਿਆ, ਮੈਂ ਛਿੱਲਿਆ ਮੈਂ ਵੀ, ਜੋ ਭਾਅ ਵੀ ਕਿਆ ਕਰਿਆ, ਪੈਸੇ ਸਾਲ ਨੂੰ ਲੱਭੇ, 6 ਮਹੀਨਿਆਂ ਨੂੰ ਲੱਭੇ, ਬਸ ਐਡਜਸਟ ਕਰੀ ਜਾਓ। ਨਾ ਯਾਰ, ਇੰਝ ਨਹੀਂ। ਇਹਦੇ ਵਾਸਤੇ ਕੁਛ ਨਾ ਕੁਛ ਲਾਹੇ ਅਮਲ ਇਖਤਿਆਰ ਕਰਨਾ ਪੈਣਾ। ਤੇ ਮੈਂ ਦੂਜਾ ਆਪਣੀ ਸਰਕਾਰਾਂ ਨੂੰ ਵੀ ਇਹ ਗੱਲ ਕਰੂੰਗਾ, ਜੇ ਪਹਿਲੀ ਗੱਲ ਤਾਂ ਇਹ ਵੀ ਮੇਰੀ ਵੀਡੀਓ ਐਡੀ ਉੱਚੀ ਵੀਡੀਓ ਨਹੀਂ ਹੁੰਦੀ ਵੀ ਉਹ ਸਰਕਾਰਾਂ ਤੱਕ ਪਹੁੰਚ ਵੀ ਸਕਦੀ ਆ। ਤੇ ਚਾਹੀਦਾ ਇਹ ਆ ਵੀ ਜ਼ਿਮੀਂਦਾਰ ਦੇ ਬਾਰੇ 'ਚ ਕੁਝ ਸੋਚੋ, ਇਹਦੇ ਉੱਤੇ ਰਹਿਮ ਕਰੋ।
ਇਹਦੀ ਸੁਣੋ। ਇਹ ਮਰਦਾ ਜਾ ਰਿਹਾ ਤੇ ਇਹ ਤੁਹਾਨੂੰ ਹਲੇ ਇਸ ਗੱਲ ਦਾ ਅਹਿਸਾਸ ਹੈ ਨਹੀਂ। ਹਾਂ, ਹੌਲੀ ਹੌਲੀ ਹੋਊਗਾ ਜ਼ਰੂਰ। ਫਿਰ ਹਰ ਸ਼ੈ ਇੰਨੀ ਮਹਿੰਗੀ ਹੋਊਗੀ, ਫਿਰ ਆਮ ਬੰਦੇ ਦੀ ਪਹੁੰਚ 'ਚ ਨਹੀਂ ਰਹਿਣੀ। ਜੇ ਮੇਰੀ ਵੀਡੀਓ ਤੁਹਾਨੂੰ ਇਹ ਚੰਗੀ, ਇੰਨੀ ਕੁ ਵੀ ਮਾੜੀ, ਜਿੰਨੀ ਵੀ ਚੰਗੀ ਲੱਗੀ ਹੋਵੇ ਨਾ, ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ। ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਅੱਗੇ ਪਹੁੰਚਾਓ, ਕਿਸਾਨਾਂ ਤੱਕ ਪਹੁੰਚਾਓ, ਵੀ ਜਿਹੜਾ ਨਾ ਅਸੀਂ ਵੀ ਏਕਾ ਕਰੀਏ। ਤੇ ਬਾਕੀ ਅੱਜ ਠੰਡ ਜਿਹੜੀ ਆ ਉਹ ਅੱਜ ਵਾਹਵਾ ਹੋ ਗਈ ਹੋਈ ਆ। ਕਹਿੰਦੇ ਹਵਾ ਦੀ ਹੁੰਦੀ ਆ ਠੰਡ, ਤੇ ਅੱਜ ਸਾਰੀ ਦਿਹਾੜੀ ਹਵਾ ਚੱਲੀ ਆ ਤੇ 2 ਦਿਨ ਹੋ ਗਏ ਸਰਦੀ ਜਿਹੜੀ ਆ ਉਹ ਅੱਗੇ ਨਾਲੋਂ ਜ਼ਿਆਦਾ। ਤੇ ਹੁਣ ਸ਼ਾਮਾਂ ਵੀ ਹੋ ਗਈਆਂ। ਮੈਂ ਸਾਰੀ ਦਿਹਾੜੀ ਅੱਜ ਸੋਚਦਾ ਰਿਹਾ ਵੀ ਯਾਰ ਜ਼ਿਮੀਂਦਾਰ 1-2 ਵੀਰ ਭਰਾ ਉਹ ਟੱਕਰੇ, ਉਹ ਕਹਿੰਦੇ ਯਾਰ ਵੀਡੀਓ, ਉਹ ਸਮਝਦੇ ਮੈਂ ਪਤਾ ਨਹੀਂ ਕਿੱਡੀ ਕੁੱਚੀ ਵੀਡੀਓ ਬਣਾਉਂਦਾ। ਵੀ ਮੇਰੀ ਵੀਡੀਓ ਕਿਹੜਾ ਬਹੁਤ ਸਾਰੇ ਇੰਨੇ ਲੋਕ ਦੇਖਦੇ ਆ ਵੀ ਇਹ ਬਹੁਤ ਉੱਚੀ ਚੱਲ ਜੂਗੀ, ਲੇਕਿਨ ਇਹ ਆ ਵੀ ਇਹ ਮੇਰਾ ਹਿੱਸਾ ਪੈ ਗਿਆ। ਇਹ ਮੇਰਾ ਹਿੱਸਾ ਜ਼ਰੂਰ ਆ ਤੇ ਇਹਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਰੱਬ ਰੱਖ।